ਪਲਕਪ੍ਰੀਤ ਨੂੰ ਦੇਖ ਕੇ ਜਿਹੜੀਆਂ ਬਾਕੀ ਬੱਚੀਆਂ ਨੇ ਉਹਨਾਂ ਦੇ ਲਈ ਵੀ ਰਾਹ ਜਿਹੜਾ ਖੁੱਲ੍ਹਾ ਹੋ। ਸਿਰਫ ਇੱਥੇ ਨਹੀਂ, ਬਾਹਰ ਵੀ ਜਿਹੜੀਆਂ ਕੁੜੀਆਂ ਨੇ, ਚਾਹੇ ਉਹ ਮਿਡਲ ਕਲਾਸ ਤੋਂ ਬਿਲੋਂਗ ਕਰਨ, ਸੁਪਨਾ ਲੈਣਾ ਹੈ, ਬਾਕੀ ਪੂਰਾ ਕਰਨਾ ਉਸ ਰੱਬ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਹੋ ਜਿਹੇ ਹਾਲਾਤ ਸੀ ਘਰ ਦੇ ਵਿੱਚ, ਅੱਜ ਕਿਹੋ ਜਿਹੇ ਨੇ, ਅੱਜ ਕਿੰਨੀ ਖੁਸ਼ੀ ਹੈ। ਜਦੋਂ ਫਾਦਰ ਦੀ ਡੈਥ ਹੁੰਦੀ ਹੈ ਉਦੋਂ ਕੀ ਲੱਗਦਾ ਸੀਗਾ ਕਿ ਮੇਰਾ ਸੁਪਨਾ ਕਿਤੇ ਅਧੂਰਾ ਤੇ ਨਹੀਂ ਰਹਿ ਜਾਊਗਾ? ਬਹੁਤ ਹੀ ਮਾੜੇ ਸੀ ਜਦੋਂ ਅਸੀਂ ਸ਼ੁਰੂ ਕੀਤਾ। ਅਸੀਂ ਸੋਚਿਆ ਨਹੀਂ ਸੀ ਕਿ ਇੱਥੇ ਪਹੁੰਚਾਂਗੇ। ਮੇਰੇ ਮੰਮਾ ਨੇ ਮਿਹਨਤ ਕੀਤੀ ਹੈ ਔਰ ਪਹਿਲਾ ਪੜਾਅ ਲਿਆ ਸੀ ਮੈਨੂੰ ਮੇਰਾ ਸੁਪਨਾ ਪੂਰਾ ਕਰਨ ਦਾ। ਮੈਂ ਜਿੰਨਾ ਵੀ ਸ਼ੁਕਰੀਆ ਕਰਾਂ ਬਹੁਤ ਹੀ ਘੱਟ ਹੋਏਗਾ। ਆਪਣੇ ਘਰ ਦੇ ਵਿੱਚ ਤੁਹਾਡੀ ਫੈਮਿਲੀ ਵੀ ਹੋਏਗੀ, ਚਾਚੇ ਤਾਏ ਭੂਆ ਫੁੱਫੜ ਸਾਰੇ ਹੋਣਗੇ, ਉਹਨਾਂ ਦਾ ਕਿਹੋ ਜਿਹਾ ਰਵੱਈਆ ਸੀਗਾ? ਉਹਨਾਂ ਵੱਲੋਂ ਕੋਈ ਸਪੋਰਟ? ਜਦੋਂ ਮਾੜੇ ਹਾਲਾਤ ਆ ਜਾਂਦੇ ਆ ਤਦ ਰਿਸ਼ਤੇਦਾਰ ਛੱਡ ਹੀ ਦਿੰਦੇ ਆ ਤੁਹਾਡਾ ਸਾਥ। ਉਹੀ ਸਾਡੇ ਨਾਲ ਹੋਇਆ ਸੀ, ਪਰ ਮੇਰੇ ਮੰਮਾ ਨੇ ਹਾਰ ਨਹੀਂ ਮੰਨੀ। ਅੱਗੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੈਂ ਅੱਗੇ ਜਾ ਕੇ ਸਟੈਪ ਲੈਣਾ ਚਾਹੁੰਦੀ ਹਾਂ ਤਾਂ ਕਿ ਮੈਂ ਅੱਗੇ ਮਦਦ ਕਰਾਂ ਕਿਸੇ ਦੀ, ਔਰ ਕਿਸੇ ਦਾ ਫਾਇਦਾ ਨਾ ਉਠਾਵਾਂ, ਸਪੈਸ਼ਲੀ ਗਰੀਬਾਂ ਦਾ। ਪਰ ਅਗਰ ਤੁਸੀਂ ਮਿਹਨਤ ਕਰੋਗੇ ਔਰ ਪੂਰਾ ਜਜ਼ਬਾ ਰੱਖੋਗੇ ਔਰ ਇਹ ਨਾ ਸੋਚੋਗੇ ਕਿ ਲੜਕਾ ਜਾਂ ਲੜਕੀ ਹੈ, ਫਿਰ ਤੁਹਾਡੇ ਲਈ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਔਰ ਖਾਸ ਤੌਰ ਤੇ ਬੱਚੀਆਂ, ਉਹਨਾਂ ਦੇ ਲਈ ਮਾਪਿਓ ਫਿਰ ਅਟਕ ਜਾਂਦੇ ਨੇ। ਪਰ ਇੱਥੇ ਬੜੀ ਬਖੂਬੀ ਗੱਲ ਹੈ ਕਿ ਤੁਸੀਂ ਇਹਨਾਂ ਬੱਚੀਆਂ ਨੂੰ ਇੱਥੋਂ ਤੱਕ ਪਹੁੰਚਾ ਰਹੇ ਹੋ। ਜਿਸ ਦਿਨ ਬੱਚੀ ਆਈ ਸੀ ਉਦੋਂ ਕਿੱਦਾਂ ਲੱਗਦਾ ਸੀ? ਕਿਵੇਂ ਇੱਥੋਂ ਤੱਕ ਪਹੁੰਚਣਾ ਹੈ, ਕਿਵੇਂ ਪਹੁੰਚਾਉਣਾ ਹੈ? ਕੁਝ ਬੱਚੀਆਂ ਦੇ ਜਿਹੜੇ ਸੁਪਨੇ ਆ ਉਹ ਬਚਪਨ ਤੋਂ ਹੀ ਉਹਨਾਂ ਨੇ ਸਜੋਏ ਹੁੰਦੇ ਨੇਗੇ ਕਿ ਉਹਨਾਂ ਨੇ ਵੱਡੇ ਹੋ ਕੇ ਕੀ ਬਣਨਾ। ਉਹਨਾਂ ਦੇ ਮਾਂ-ਬਾਪ ਨੇ ਵੀ ਉਹ ਸੁਪਨੇ ਸਜੋਏ ਹੁੰਦੇ ਨੇ। ਪਲਕਪ੍ਰੀਤ ਵੀ ਉਹਨਾਂ ਹੀ ਬੱਚੀਆਂ ਵਿੱਚੋਂ ਹੈਗੀ ਆ। ਜਦੋਂ ਤੁਸੀਂ ਸੁਣਿਆ, ਮਾਤਾ ਨੇ ਸੁਣਿਆ ਕਿ ਸਾਡੀ ਬੱਚੀ ਨੇ MBBS ਕਰ ਲਿਆ, ਵਧੀਆ ਨੰਬਰਾਂ ਦੇ ਵਿੱਚ ਪਾਸ ਹੋ ਗਿਆ, ਹੁਣ ਸਾਡਾ ਬੱਚਾ ਡਾਕਟਰ ਬਣ ਗਿਆ ਆ, ਉਦੋਂ ਇਸ ਮਾਤਾ ਨੂੰ ਕਿੰਨੀ ਕੁ ਖੁਸ਼ੀ ਹੋਈ? ਫਿਰ ਮੈਂ ਉਹਦੀ ਮਦਰ ਨੂੰ ਕਿਹਾ ਕਿ ਨਹੀਂ, ਅਸੀਂ ਇਹ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ। ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਜਿਸ ਦੀ ਕਿਰਪਾ ਦੇ ਨਾਲ ਅੱਜ ਮੈਂ ਇੱਕ ਡਾਕਟਰ ਦੀ ਮਾਂ ਬਣੀ ਹੈਗੀ ਹਾਂ। ਅਤੇ ਮੈਂ ਚਾਹਾਂਗੀ ਕਿ ਮੈਂ ਸੰਗਤੀ ਰੂਪ ਵਿੱਚ ਪਰਮਾਤਮਾ ਦਾ ਅਸੀਂ ਸ਼ੁਕਰਾਨਾ ਕਰੀਏ। ਅਸੀਂ ਅੱਜ ਭਾਈ ਧਰਮ ਸਿੰਘ ਚੈਰੀਟੇਬਲ ਟਰੱਸਟ ਦੇ ਵਿੱਚ ਮੌਜੂਦ ਹਾਂ ਅਤੇ ਮੌਜੂਦ ਹੋਣ ਦਾ ਕਾਰਨ ਵੀ ਬਹੁਤ ਵੱਡਾ ਆ। ਇੱਥੇ ਇੱਕ ਬੱਚੀ, ਜਿਹੜੀਆਂ ਬੱਚੀਆਂ ਇੱਥੇ ਰਹਿੰਦੀਆਂ ਨੇ, ਕਿਉਂਕਿ ਬੜੇ ਵੱਡੇ ਕਾਰਨ ਹੁੰਦੇ ਨੇ, ਕਿਸੇ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ, ਕਿਸੇ ਦੇ ਆਰਥਿਕ ਤੰਗੀ ਦੇ ਕਾਰਨ, ਇਹਨਾਂ ਮਜਬੂਰੀਆਂ ਦੇ ਕਾਰਨ ਇੱਥੇ ਰਹਿੰਦੀਆਂ ਨੇ। ਪਰੰਤੂ ਜਿਹੜੀ ਮਾਤਾ ਇੱਥੇ ਸੰਦੀਪ ਕੌਰ ਹੈ, ਉਹ ਆਪਣੀਆਂ ਬੱਚੀਆਂ ਨੂੰ ਬੜੇ ਹੀ ਪਿਆਰ ਨਾਲ ਇੱਥੇ ਰੱਖਦੇ ਨੇ ਔਰ ਜਿੱਥੇ ਰੱਖਦੇ ਨੇ ਉੱਥੇ ਪੜ੍ਹਾਉਂਦੇ ਵੀ ਉਸੇ ਹੀ ਤਰੀਕੇ ਨਾਲ ਨਹੀਂ ਜਿਵੇਂ ਘਰਾਂ ਵਿੱਚ ਮਾਵਾਂ ਪੜ੍ਹਾਉਂਦੀਆਂ ਨੇ। ਇਵੇਂ ਹੀ ਇੱਕ ਬੱਚੀ ਪਲਕਪ੍ਰੀਤ ਕੌਰ, ਜਿਸ ਨੇ MBBS ਦੀ ਡਿਗਰੀ ਹਾਸਲ ਕੀਤੀ ਹੈ, ਅਤੇ ਸਾਰੇ ਹੀ ਪਰਿਵਾਰ, ਜਿਹੜਾ ਇੱਥੋਂ ਦਾ ਪਰਿਵਾਰ ਅਤੇ ਜਿਹੜਾ ਆਪਣਾ ਪਰਿਵਾਰ ਹੈ, ਸਾਰਿਆਂ ਨੂੰ ਹੀ ਬੜੀ ਖੁਸ਼ੀ ਹੋਈ ਹੈ। ਅਤੇ ਅੱਜ ਇੱਥੇ ਇੱਕ ਬੜਾ ਵੱਡਾ ਪ੍ਰੋਗਰਾਮ ਕੀਤਾ ਗਿਆ ਹੈ, ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ ਔਰ ਇੱਕ ਵਿਆਹ ਵਰਗਾ ਮਾਹੌਲ, ਜਿਵੇਂ ਘਰ ਦੇ ਵਿੱਚ ਖੁਸ਼ੀ ਮਨਾਈ ਜਾਂਦੀ ਉਸੇ ਪ੍ਰਕਾਰ ਖੁਸ਼ੀ ਮਨਾਈ ਗਈ ਹੈ। ਅਤੇ ਪਲਕਪ੍ਰੀਤ ਕੌਰ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਲੱਗ ਰਿਹਾ ਹੈ ਪਲਕਪ੍ਰੀਤ ਕੌਰ ਅੱਜ ਡਾਕਟਰ ਬਣ ਚੁੱਕੇ ਨੇ? ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬਹੁਤ ਹੀ ਪ੍ਰਾਊਡ ਫੀਲ ਕਰ ਰਹੀ ਹਾਂ ਮੈਂ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਵੀ, ਕਿ ਅੱਜ ਇਸ ਮੌਕੇ 'ਤੇ ਇਸ ਸਟੈਂਡ 'ਤੇ ਅਸੀਂ ਪਹੁੰਚੇ ਹਾਂ। ਮੈਨੂੰ ਲੱਗਦਾ ਹੈ ਕਿ ਪਲਕਪ੍ਰੀਤ ਨੂੰ ਦੇਖ ਕੇ ਜਿਹੜੀਆਂ ਬਾਕੀ ਬੱਚੀਆਂ ਨੇ ਉਹਨਾਂ ਦੇ ਲਈ ਵੀ ਰਾਹ ਜਿਹੜਾ ਖੁੱਲ੍ਹਾ ਹੋ ਗਿਆ। ਹਾਂਜੀ, ਮੇਰੀ ਬਾਕੀ ਭੈਣਾਂ ਵੀ ਮੈਨੂੰ ਕਹਿ ਰਹੀਆਂ ਸੀ ਕਿ ਅਸੀਂ ਮੇਰੇ ਤੋਂ ਦੇਖ ਕੇ ਇੰਸਪਾਇਰ ਹੋਈਆਂ ਨੇ। ਮੈਂ ਚਾਹੁੰਦੀ ਕਿ ਹੋਰ ਬਾਹਰ, ਸਿਰਫ ਇੱਥੇ ਨਹੀਂ, ਬਾਹਰ ਵੀ ਜਿਹੜੀਆਂ ਕੁੜੀਆਂ ਨੇ, ਚਾਹੇ ਉਹ ਮਿਡਲ ਕਲਾਸ ਤੋਂ ਬਿਲੋਂਗ ਕਰਦੀਆਂ, ਚਾਹੇ ਗਰੀਬੀ ਦਾ ਦਾਵਾ ਹੈ, ਅਗਰ ਸੁਪਨਾ ਵੱਡਾ ਛੋਟਾ ਨਹੀਂ ਹੁੰਦਾ, ਕੋਈ ਸੁਪਨਾ ਲੈਣਾ ਹੈ, ਬਾਕੀ ਪੂਰਾ ਕਰਨਾ ਉਸ ਰੱਬ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਹਾਂਜੀ, ਔਰ ਅਗਰ ਇੱਕ ਵਾਰੀ ਸੁਪਨਾ ਲਿਆ ਤਾਂ ਉਹਦੀ ਮਿਹਨਤ ਕਰੋ ਔਰ ਫਲ ਜ਼ਰੂਰ ਮਿਲਦਾ ਹੈ ਲਾਸਟ 'ਤੇ। ਕਿਹੋ ਜਿਹੇ ਹਾਲਾਤ ਸੀ ਘਰ ਦੇ ਵਿੱਚ, ਅੱਜ ਕਿਹੋ ਜਿਹੇ ਨੇ, ਅੱਜ ਕਿੰਨੀ ਖੁਸ਼ੀ ਹੈ। ਜਦੋਂ ਫਾਦਰ ਦੀ ਡੈਥ ਹੁੰਦੀ ਹੈ ਉਦੋਂ ਕੀ ਲੱਗਦਾ ਸੀਗਾ ਕਿ ਮੇਰਾ ਸੁਪਨਾ ਕਿਤੇ ਅਧੂਰਾ ਤੇ ਨਹੀਂ ਰਹਿ ਜਾਊਗਾ? ਘਰ ਦੇ ਹਾਲਾਤ ਬਹੁਤ ਹੀ ਮਾੜੇ ਸੀ ਜਦੋਂ ਅਸੀਂ ਸ਼ੁਰੂ ਕੀਤਾ। ਅਸੀਂ ਸੋਚਿਆ ਨਹੀਂ ਸੀ ਕਿ ਇੱਥੇ ਪਹੁੰਚਾਂਗੇ। ਮੇਰੇ ਮੰਮਾ ਨੇ ਮਿਹਨਤ ਕੀਤੀ ਹੈ ਔਰ ਪਹਿਲਾ ਪੜਾਅ ਲਿਆ ਸੀ ਮੈਨੂੰ ਮੇਰਾ ਸੁਪਨਾ ਪੂਰਾ ਕਰਨ ਦਾ, ਔਰ ਮੇਰੇ ਇੱਥੇ ਵਾਲੇ ਮੰਮਾ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹ ਕੁਛ ਅੱਗੇ ਕਰਨਾ ਚਾਹੁੰਦੀ ਹਾਂ। ਔਰ ਪੂਰੀ ਸਪੋਰਟ, ਮੈਂਟਲੀ ਵੀ, ਫਾਈਨੈਂਸ਼ੀਅਲੀ ਵੀ, ਸਪਿਰਿਚੁਅਲੀ ਵੀ ਸਾਰੀ ਸਪੋਰਟ ਮੈਨੂੰ ਦਿੱਤੀ ਹੈ। ਮੈਂ ਜਿੰਨਾ ਵੀ ਸ਼ੁਕਰੀਆ ਕਰਾਂ ਬਹੁਤ ਹੀ ਘੱਟ ਹੋਏਗਾ।
ਆਪਣੇ ਘਰ ਦੇ ਵਿੱਚ ਤੁਹਾਡੀ ਫੈਮਿਲੀ ਵੀ ਹੋਏਗੀ, ਚਾਚੇ ਤਾਏ ਭੂਆ ਫੁੱਫੜ ਸਾਰੇ ਹੋਣਗੇ, ਉਹਨਾਂ ਦਾ ਕਿਹੋ ਜਿਹਾ ਰਵੱਈਆ ਸੀਗਾ, ਉਹਨਾਂ ਵੱਲੋਂ ਕੋਈ ਸਪੋਰਟ? ਜਦੋਂ ਮਾੜੇ ਹਾਲਾਤ ਆ ਜਾਂਦੇ ਆ ਤਦ ਰਿਸ਼ਤੇਦਾਰ ਛੱਡ ਹੀ ਦਿੰਦੇ ਆ ਤੁਹਾਡਾ ਸਾਥ। ਉਹੀ ਸਾਡੇ ਨਾਲ ਹੋਇਆ ਸੀ, ਪਰ ਮੇਰੇ ਮੰਮਾ ਨੇ ਹਾਰ ਨਹੀਂ ਮੰਨੀ ਔਰ ਨਾ ਹੀ ਮੈਂ ਮੰਨੀ। ਅਸੀਂ ਇਸ ਮਤਲਬ ਮਿਹਨਤ ਕਰਕੇ ਔਰ ਪੂਰੇ ਜਜ਼ਬੇ ਦੇ ਨਾਲ ਅਸੀਂ ਅੱਗੇ ਨਿਕਲੇ ਹੋਏ ਹਾਂ, ਇੱਥੇ ਪਹੁੰਚੇ ਹਾਂ ਹੁਣ। ਉਦੋਂ ਕਿਵੇਂ ਲੱਗਿਆ ਕਿ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ? ਕਿਵੇਂ ਇਸ ਟਰਸਟ ਤੱਕ ਕਿਵੇਂ ਪਹੁੰਚ ਕੀਤੀ, ਕਿਵੇਂ ਪਤਾ ਲੱਗਿਆ? ਮੇਰੇ ਮੰਮਾ ਜਾਣਦੇ ਸੀ ਬੀਬੀ ਸੰਦੀਪ ਕੌਰ ਨੂੰ, ਅਤੇ ਜਦੋਂ ਉਹਨਾਂ ਨੇ ਦੱਸਿਆ ਕਿ ਇੱਦਾਂ ਸੀਟ ਮਿਲ ਗਈ ਹੈ ਮੈਨੂੰ ਜੋ MBBS ਦੀ ਹੈ, ਪਰ ਇੱਦਾਂ ਪ੍ਰੋਬਲਮ ਆ ਰਹੀ ਹੈ, ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ। ਔਰ ਜਦੋਂ ਉਹਨਾਂ ਨੂੰ ਮੇਰਾ ਪਤਾ ਸੀ ਔਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇੱਦਾਂ ਹੋ ਰਿਹਾ ਹੈ, ਤਾਂ ਉਹਨਾਂ ਨੇ ਬਿਲਕੁਲ ਵੀ ਹਿਚਕਿਚਾਏ ਨਹੀਂ ਮਦਦ ਕਰਨ 'ਚ, ਔਰ ਮੈਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ ਔਰ ਮੋਟੀਵੇਟ ਕੀਤਾ ਕਿ ਗਿਵ ਅਪ ਨਹੀਂ ਕਰਨਾ, ਕਿਉਂਕਿ ਅਸੀਂ ਆਲਮੋਸਟ ਗਿਵ ਅਪ ਹੀ ਕਰਨ ਲੱਗੇ ਸੀ। ਅਸੀਂ ਸੋਚਿਆ ਸੀ ਅਗਲੀ ਵਾਰੀ ਫਿਰ ਟਰਾਈ ਕਰ ਲਾਂਗੇ ਅਗਰ ਇਸ ਵਾਰ ਨਹੀਂ ਹੋ ਰਿਹਾ ਤਾਂ, ਬਟ ਉਹਨਾਂ ਨੇ ਅੱਗੇ ਗਿਵ ਅਪ ਨਹੀਂ ਕਰਨ ਦਿੱਤਾ ਸਾਨੂੰ, ਔਰ ਸਾਨੂੰ ਇੰਸਪਾਇਰ ਕੀਤਾ ਕਿ ਨਹੀਂ ਹਜੇ ਨਹੀਂ ਛੱਡਣਾ, ਇਹ ਮੌਕਾ ਨਹੀਂ ਛੱਡਣਾ ਅਸੀਂ। ਜਦੋਂ ਪਹਿਲਾਂ ਪੈਸਿਆਂ ਦਾ ਅਰੇਂਜਮੈਂਟ ਨਹੀਂ ਸੀ ਹੋ ਰਿਹਾ, ਉਦੋਂ ਕਿਹੋ ਜਿਹੇ ਹਾਲਾਤ ਸੀ? ਅੱਜ ਬਾਕੀ ਪਰਿਵਾਰਕ ਮੈਂਬਰ ਨੇ ਜਿਹੜੇ ਰਿਸ਼ਤੇਦਾਰ ਨੇ, ਅੱਜ ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਤੁਹਾਡੇ ਨਾਲ? ਕਿਹੋ ਜਿਹਾ ਉਹਨਾਂ ਦਾ ਤਾਲਮੇਲ ਹੈ? ਹੁਣ ਤਾਲਮੇਲ ਉਹਨਾਂ ਦਾ ਠੀਕ ਹੋ ਗਿਆ ਹੈ, ਕਿਉਂਕਿ ਹੁਣ ਸਾਨੂੰ ਲੋੜ ਨਹੀਂ ਹੈ ਨਾ ਉਹਨਾਂ ਦੀ, ਤਾਂ ਕਰਕੇ। ਬਾਕੀ ਅੱਜ ਵੀ ਮਨ ਨੂੰ ਕੁਝ ਹੁੰਦਾ ਹੈ, ਦਿਲ ਨੂੰ ਕੁਝ ਹੁੰਦਾ ਹੈ ਨਾ ਉਸ ਸਮੇਂ ਨੂੰ ਯਾਦ ਕਰਕੇ? ਹਾਂਜੀ ਹਾਂਜੀ ਬਿਲਕੁਲ। ਮੈਨੂੰ ਲੱਗਦਾ ਹੈ ਕਿਉਂਕਿ ਜਿਹੜਾ ਸਮਾਂ ਹੁੰਦਾ ਹੈ, ਬੀਤਿਆ ਸਮਾਂ ਜਿਹਦੇ ਵਿੱਚ ਅਸੀਂ ਬੜੇ ਦੁੱਖ ਦੇਖੇ ਹੁੰਦੇ ਨੇ, ਉਸ ਨੂੰ ਦੁਬਾਰਾ ਯਾਦ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਹ ਸੀਨ ਸਾਹਮਣੇ ਆਉਂਦਾ ਹੈ ਤਾਂ ਜਿਹੜਾ ਦਿਲ ਉਹ ਬਹੁਤ ਦੁਖੀ ਹੁੰਦਾ ਹੈ, ਤਾਂ ਫਿਰ ਹੰਝੂਆਂ ਦੇ ਰੂਪ ਦੇ ਵਿੱਚ ਉਹ ਦਰਦ ਜਿਹੜਾ ਉਹ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ। ਪਲਕਪ੍ਰੀਤ ਕੌਰ ਨੇ ਵੀ ਬਹੁਤ ਦੁੱਖ ਦੇਖਿਆ ਹੈ, ਪਰੰਤੂ ਅੱਜ ਪਰਮਾਤਮਾ ਨੇ ਇੰਨੀ ਖੁਸ਼ੀ ਦਿੱਤੀ ਹੈ। ਠੀਕ ਹੈ, ਜਿਹੜਾ ਜ਼ਿੰਦਗੀ ਹੈਗੀ ਆ ਪਰਮਾਤਮਾ ਦੀ ਬਖਸ਼ੀ ਹੋਈ ਹੈ, ਔਰ ਜਿੰਨੀ ਉਹਨੇ ਦੇਣੀ ਹੈਗੀ ਆ ਉਨੀ ਹੀ ਦੇਣੀ ਹੈ। ਜ਼ਿੰਦਗੀ 'ਚ ਜਿੰਨਾ ਕੁ ਸਾਥ ਆਪਣਿਆਂ ਦਾ ਮਿਲਣਾ ਹੁੰਦਾ ਹੈ ਓਨਾ ਮਿਲਿਆ। ਫਾਦਰ ਦੀ ਡੈਥ ਤੋਂ ਬਾਅਦ ਰੁਕਾਵਟ ਆਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਹੋਈਆਂ, ਰੁਕਾਵਟਾਂ ਆਈਆਂ, ਪਰ ਲੜਕੀ ਜਿਹੜੀ ਸੀਗੀ ਪਲਕਪ੍ਰੀਤ ਕੌਰ ਅੜੀ ਨਹੀਂ ਕਿਤੇ ਵੀ, ਡਟ ਕੇ ਸਾਹਮਣਾ ਕਰਦੀ ਰਹੀ ਔਰ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੀ ਹੈ ਕਿ ਅੱਜ ਡਾਕਟਰ ਦੀ ਡਿਗਰੀ ਜਿਹੜੀ ਆ ਉਹ ਪ੍ਰਾਪਤ ਕਰ ਲਈ ਹੈ ਔਰ ਅੱਗੇ ਵੀ ਪੜ੍ਹਨ ਦੀ ਚਾਹਵਾਨ ਹੈ। ਅੱਗੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ? ਅੱਗੇ ਮੇਰੀ MD ਦੀ ਤਿਆਰੀ ਹੈ, ਇਸ ਦੇ ਵਾਸਤੇ ਮੈਂ ਅੱਗੇ ਕੈਂਸਰ ਔਨਕੋਲੋਜਿਸਟ ਬਣਨਾ ਚਾਹੁੰਦੀ ਹਾਂ, ਤਾਂ ਕਿ ਜੋ ਕੈਂਸਰ ਦੇ ਮਰੀਜ਼ ਆਉਂਦੇ ਮੈਂ ਉਹਨਾਂ ਨੂੰ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਦਾ ਦੌਰ ਚੱਲਦਾ ਪਿਆ ਹੈ, ਡਾਕਟਰ ਸਿਰਫ ਪੈਸਾ ਹੀ ਖਾਂਦੇ ਪਏ ਆ, ਪੇਸ਼ੈਂਟ ਦਾ ਇਸਤੇਮਾਲ ਕਰਦੇ ਪਏ ਨੇ ਸਿਰਫ ਆਪਣੀ ਜੇਬ ਭਰਨ ਵਾਸਤੇ। ਜਦੋਂ ਇੱਦਾਂ ਦੇਖਦੀ ਹਾਂ ਮੈਂ ਪੇਸ਼ੈਂਟਸ ਨੂੰ ਇੱਦਾਂ ਸਫਰ ਕਰਦੇ ਹੋਇਆ, ਤਾਂ ਉਹ ਦੇਖਿਆ ਨਹੀਂ ਜਾਂਦਾ। ਮੈਂ ਅੱਗੇ ਜਾ ਕੇ ਸਟੈਪ ਲੈਣਾ ਚਾਹੁੰਦੀ ਹਾਂ ਤਾਂ ਕਿ ਮੈਂ ਅੱਗੇ ਮਦਦ ਕਰਾਂ ਕਿਸੇ ਦੀ, ਔਰ ਕਿਸੇ ਦਾ ਫਾਇਦਾ ਨਾ ਉਠਾਵਾਂ, ਸਪੈਸ਼ਲੀ ਗਰੀਬਾਂ ਦਾ, ਔਰ ਮੇਰੇ ਵਰਗੇ ਲੋਕਾਂ ਦੀ ਹੋਰ ਮਦਦ ਕਰ ਜੋ ਅੱਗੇ ਹੋਰ ਪਹੁੰਚਣਾ ਚਾਹੁੰਦੇ, ਮੁਕਾਮ ਹਾਸਲ ਕਰਨਾ ਚਾਹੁੰਦੇ ਨੇ ਕਿਤੇ। ਲੱਗਦਾ ਨਹੀਂ ਕੁੜੀਆਂ ਨੂੰ ਕੁਝ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੜਕਿਆਂ ਦੇ ਮੁਕਾਬਲੇ ਕਿਸੇ ਵੀ ਗੋਲ ਨੂੰ ਅਚੀਵ ਕਰਨ ਲਈ? ਜਦੋਂ ਮਿਹਨਤ ਕਿਸੇ ਨੇ ਕਰਨੀ ਹੋਵੇ, ਮੈਨੂੰ ਨਹੀਂ ਲੱਗਦਾ ਕਿਸੇ ਨੂੰ ਡਿਫਰੈਂਟ ਮਤਲਬ ਡਿਫਿਕਲਟੀਜ਼ ਆਉਂਦੀਆਂ ਡਿਫਰੈਂਟ, ਪਰ ਅਗਰ ਤੁਸੀਂ ਮਿਹਨਤ ਕਰੋਗੇ ਔਰ ਪੂਰਾ ਜਜ਼ਬਾ ਰੱਖੋਗੇ ਔਰ ਇਹ ਨਾ ਸੋਚੋਗੇ ਕਿ ਲੜਕਾ ਜਾਂ ਲੜਕੀ ਹੈ, ਫਿਰ ਤੁਹਾਡੇ ਲਈ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਸੋ ਤੁਸੀਂ ਹੁਣ ਅੱਗੇ ਜਦੋਂ ਆਪਣੀ ਸਟੱਡੀ ਤੋਂ ਬਾਅਦ ਸਾਰੀ ਕੰਪਲੀਟ ਕਰਨ ਤੋਂ ਬਾਅਦ ਜਦੋਂ ਆਪਣੇ ਲਾਈਨ ਦੇ ਵਿੱਚ ਆਓਗੇ, ਸੇਵਾ ਦੇ ਵਿੱਚ ਆਓਗੇ, ਕਿਵੇਂ ਤੁਹਾਨੂੰ ਕਿਹਾ ਗਿਆ ਹੈ, ਜਿਵੇਂ ਬੀਬੀ ਸੰਦੀਪ ਕੌਰ ਜੀ ਵੱਲੋਂ ਜਾਂ ਹੋਰਨਾਂ ਵੱਲੋਂ ਕੀ ਹਦਾਇਤਾਂ? ਤੁਹਾਡਾ ਆਪਣਾ ਦਿਲ ਵੀ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਚਾਹੁੰਦੇ ਹੋ ਉਹਨਾਂ ਦਾ ਨਾਲ ਇਨਸਾਫ ਕਰਨਾ ਜਾਂ ਉਹਨਾਂ ਦੀ ਮਦਦ ਕਰਨੀ ਜਿਹੜੇ ਲੋਕ ਖੁਦ ਕਾਬਲ ਨਹੀਂ ਹੈਗੇ। ਕੈਂਸਰ ਦੀ ਬਿਮਾਰੀ ਜਿਹੜੀ ਹੈ ਬਹੁਤ ਭਿਆਨਕ ਰੂਪ ਦੇ ਨਾਲ ਪੰਜਾਬ ਵਿੱਚ ਪਸਰ ਚੁੱਕੀ ਹੈ, ਔਰ ਜੇ ਅਸੀਂ ਗੱਲ ਕਰੀਏ ਤਾਂ ਬਠਿੰਡੇ ਤੋਂ ਤਾਂ ਇੱਕ ਟ੍ਰੇਨ ਚੱਲਦੀ ਹੈ। ਕੀ ਉਹਦੇ ਕਾਰਨ ਵੀ ਕੀ ਆ? ਜਦੋਂ ਡਾਕਟਰ ਲਾਈਨ ਦੇ ਵਿੱਚ ਹੁੰਦੇ ਆ ਸਾਨੂੰ ਕਾਰਨ ਵੀ ਜਿਹੜੇ ਹੁੰਦੇ ਉਹ ਵੀ ਦੱਸੇ ਜਾਂਦੇ ਆ। ਅਸਲ ਕਾਰਨ ਕੀ ਹੈ ਵੀ ਜਿਹਦਾ ਕਰਕੇ ਇੰਨੀ ਵੱਡੇ ਪੱਧਰ ਤੱਕ ਜਿਹੜੀ ਬਿਮਾਰੀ ਪੰਜਾਬ ਦੇ ਵਿੱਚ ਆਪਣਾ ਘਰ ਕਰ ਚੁੱਕੀ ਹੈ? ਪੰਜਾਬ ਦੇ ਵਿੱਚ ਸਭ ਤੋਂ ਮੇਨ ਕਾਰਨ ਜੋ ਹੈ, ਇੱਕ ਤਾਂ ਸ਼ਰਾਬ ਜਿਹੜੀ ਲੋਕ ਪੀਂਦੇ ਨੇ ਉਹ ਹੋ ਗਿਆ, ਔਰ ਜਿਹੜੀ ਅੱਜ ਕੱਲ੍ਹ ਦੇ ਸਾਡੇ ਲਾਈਫ ਸਟਾਈਲ ਅਸੀਂ
ਚੇਂਜ ਹੋ ਗਿਆ ਬਹੁਤ ਜ਼ਿਆਦਾ। ਅਸੀਂ ਬਾਹਰ ਜਿੱਦਾਂ ਪਹਿਲਾਂ ਟਾਈਮ ਖੇਤਾਂ ਵਿੱਚ ਕਰਦੇ ਸੀ ਸਾਰੇ ਕੰਮ, ਸਾਰੇ ਆਪਣਾ ਖੁਦ ਕੰਮ ਕਰਦੇ ਸੀ, ਹੁਣ ਸਾਰੇ ਬੈਠੇ ਰਹਿੰਦੇ ਅੰਦਰ ਫ਼ੋਨ 'ਤੇ ਬੈਠੇ ਰਹਿੰਦੇ ਨੇ। ਔਰ ਲਾਈਫ ਸਟਾਈਲ ਚੇਂਜ ਹੋਣ ਨਾਲ ਬਹੁਤ ਜ਼ਿਆਦਾ ਓਵਰ ਈਟ ਕਰਦੇ ਅਸੀਂ ਬੈਠੇ ਬੈਠੇ, ਬਿੰਜ ਈਟ ਕਰਦੇ ਹਾਂ। ਉਹਦੇ ਕਰਕੇ ਛੋਟੀ ਛੋਟੀ ਚੀਜ਼ਾਂ ਹੀ ਇਕੱਠੀਆਂ ਹੋ ਕੇ ਸਾਡੇ ਬਾਡੀ ਨੂੰ ਖਰਾਬ ਕਰਦੀਆਂ ਪਈਆਂ ਨੇ। ਔਰ ਅਵੇਅਰ ਕਰਨਾ ਚਾਹੁੰਦੀ ਹਾਂ ਕਿ ਕੈਂਸਰ ਜੋ ਹੈ ਜ਼ਰੂਰੀ ਨਹੀਂ ਸਿਰਫ ਹੈਰੀਡਿਟਰੀ ਹੋਵੇ, ਲਾਈਫ ਸਟਾਈਲ ਚੇਂਜਸ ਜਿਹੜੇ ਆਪਾਂ ਕਰਦੇ ਨੇ ਉਹਨਾਂ ਤੋਂ ਵੀ ਹੁੰਦੀ ਹੈ। ਤੋ ਅਗਰ ਅਸੀਂ ਪਹਿਲਾਂ ਤੋਂ ਹੀ ਪ੍ਰੀਵੈਂਟ ਕਰ ਸਕਦੇ ਹਾਂ ਤਾਂ ਅੱਗੇ ਮੁਸ਼ਕਲਾਂ ਨਹੀਂ ਆਉਂਦੀਆਂ ਹਨ। ਕੋਈ ਵੀ ਬਿਮਾਰੀ ਹੋਵੇ, ਸਿਰਫ ਕੈਂਸਰ ਨਹੀਂ, ਕੋਈ ਵੀ। ਸੋ ਪਲਕਪ੍ਰੀਤ ਕੌਰ ਨੇ ਅੱਗੇ ਜਾ ਕੇ ਸੇਵਾ ਵੀ ਕਰਨੀ ਹੈ, ਪੜ੍ਹਾਈ ਵੀ ਪੂਰੀ ਕਰਨੀ ਹੈ, ਸੁਪਨੇ ਬੜੇ ਨੇ ਅੱਗੇ ਵਾਲੇ ਵੀ, ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੇ ਸੁਪਨੇ ਪਰਮਾਤਮਾ ਜ਼ਰੂਰ ਪੂਰੇ ਕਰੇ ਔਰ ਅੱਗੇ ਜਾ ਕੇ ਸੇਵਾ ਜ਼ਰੂਰ ਕਰਨ। ਔਰ ਬੀਬੀ ਸੰਦੀਪ ਕੌਰ ਜੀ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਇਸੇ ਲੜਕੀ ਦੇ ਨਾਲ ਸੰਬੰਧਿਤ, ਕਿਉਂਕਿ ਉਹਨਾਂ ਨੇ ਵੀ ਆਪਣੀ ਬੱਚੀ ਦੀ ਤਰ੍ਹਾਂ ਇਸ ਬੱਚੀ ਦਾ ਬਹੁਤ ਧਿਆਨ ਰੱਖਿਆ ਔਰ ਇਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰਵਾਈ ਆ। ਸਭ ਤੋਂ ਪਹਿਲਾਂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KTV ਦੀ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸਾਡੀ ਜਿਹੜੀ ਗੱਲ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦੀ ਗੱਲ ਜਿਹੜੀ ਹੈਗੀ ਆ ਉਸ ਦੀ ਜਿਹੜੀਆਂ ਪ੍ਰਾਪਤੀਆਂ ਨੇ ਉਹ ਸੰਗਤਾਂ ਤੱਕ ਪਹੁੰਚਾਉਣ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ KTV ਦੀ ਟੀਮ ਦਾ। ਸਾਡਾ ਪਹਿਲਾ ਸਵਾਲ ਇਹ ਹੈ ਕਿ ਬੇਟੀ ਪਲਕਪ੍ਰੀਤ ਕੌਰ ਤੁਹਾਡੇ ਕੋਲ ਆਉਂਦੀ ਹੈ, ਫਿਰ ਕਿਵੇਂ ਤੁਸੀਂ ਜਾਣਦੇ ਹੋ ਬੱਚੀਆਂ ਦੇ ਦਿਲ ਦੀਆਂ ਗੱਲਾਂ? ਕਿਉਂਕਿ ਬੜੇ ਵੱਡੇ ਕੋਰਸਿਸ ਨੇ, ਕੋਈ ਛੋਟੇ ਤਾਂ ਹੈ ਨਹੀਂ ਹੈ ਕਿ ਅਸੀਂ ਕਹਿ ਲਈਏ ਕਿ 8-10 ਹਜ਼ਾਰ ਲੱਗਣਾ ਹੈ ਤਾਂ ਅਸੀਂ ਲਾ ਕੇ ਬੱਚੇ ਨੂੰ ਪੜ੍ਹਾ ਲਈਏ। ਮਾਂ ਪਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ 8-10 ਕਿੱਲੇ ਹੁੰਦੇ ਆ, ਉਹਨਾਂ ਨੂੰ ਵੀ ਬੜਾ ਔਖਾ ਹੁੰਦਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਔਰ ਖ਼ਾਸ ਤੌਰ 'ਤੇ ਬੱਚੀਆਂ, ਉਹਨਾਂ ਦੇ ਲਈ ਮਾਂ ਪਿਓ ਫਿਰ ਅਟਕ ਜਾਂਦੇ ਨੇ। ਪਰ ਇੱਥੇ ਬੜੀ ਬਖੂਬੀ ਗੱਲ ਹੈ ਕਿ ਤੁਸੀਂ ਇਹਨਾਂ ਬੱਚੀਆਂ ਨੂੰ ਇੱਥੋਂ ਤੱਕ ਪਹੁੰਚਾ ਰਹੇ ਹੋ। ਜਿਸ ਦਿਨ ਬੱਚੀ ਆਈ ਸੀ ਉਦੋਂ ਕਿੱਦਾਂ ਲੱਗਦਾ ਸੀ, ਕਿਵੇਂ ਇੱਥੋਂ ਤੱਕ ਪਹੁੰਚਣਾ ਹੈ, ਕਿਵੇਂ ਪਹੁੰਚਾਉਣਾ ਹੈ? ਦੇਖੋ, ਕੁਝ ਬੱਚੀਆਂ ਦੇ ਸੁਪਨੇ ਤਾਂ ਇੱਥੇ ਆਣ ਕੇ ਹੀ ਬਣਦੇ ਨੇ। ਕੁਝ ਬੱਚੀਆਂ ਦੇ ਜਿਹੜੇ ਸੁਪਨੇ ਆ ਉਹ ਬਚਪਨ ਤੋਂ ਹੀ ਉਹਨਾਂ ਨੇ ਸਜੋਏ ਹੁੰਦੇ ਨੇਗੇ ਕਿ ਉਹਨਾਂ ਨੇ ਵੱਡੇ ਹੋ ਕੇ ਕੀ ਬਣਨਾ। ਉਹਨਾਂ ਦੇ ਮਾਂ-ਬਾਪ ਨੇ ਵੀ ਉਹ ਸੁਪਨੇ ਸਜੋਏ ਹੁੰਦੇ ਨੇ। ਪਲਕਪ੍ਰੀਤ ਵੀ ਉਹਨਾਂ ਹੀ ਬੱਚੀਆਂ ਵਿੱਚੋਂ ਹੈਗੀ ਆ ਜਿਸ ਨੇ ਆਪਣਾ ਜਿਹੜਾ ਸੁਪਨਾ ਹੈਗਾ ਵਾ ਉਹ ਪਹਿਲਾਂ ਹੀ ਸਜੋਇਆ ਹੋਇਆ ਸੀ ਕਿ ਮੈਂ ਡਾਕਟਰੀ ਲਾਈਨ ਦੀ ਚੋਣ ਕਰਨੀ ਹੈਗੀ ਆ। ਇਤਫਾਕ ਕਿ ਬੱਚੀ ਪਲਕਪ੍ਰੀਤ ਦੇ ਫਾਦਰ ਦੀ ਜਿਹੜੀ ਡੈਥ ਹੋ ਜਾਂਦੀ ਹੈਗੀ ਆ ਤਾਂ ਉਹ ਬੜਾ ਦੁੱਖ ਭਰਿਆ ਸਮਾਂ ਸੀ। ਪਰ ਨਾ ਤਾਂ ਬੱਚੀ ਪਲਕਪ੍ਰੀਤ ਨੇ ਉਸ ਤੋਂ ਬਾਅਦ ਹਿੰਮਤ ਹਾਰੀ ਹੈ, ਨਾ ਹੀ ਇਸ ਦੀ ਮਦਰ ਨੇ। ਇਹਨਾਂ ਨੇ ਬਹੁਤ ਜਿਹੜਾ ਹੈਗਾ ਵਾ ਉਹ ਹੌਸਲਾ ਰੱਖਿਆ ਹੈਗਾ ਵਾ। ਇਸ ਦੀ ਮਦਰ ਨੇ ਵੀ ਸਿਰਫ ਪੈਸੇ ਨਾਲ ਨਹੀਂ ਕਿਸੇ ਨੂੰ ਕਿਸੇ ਮਕਾਮ 'ਤੇ ਪਹੁੰਚਾਇਆ ਜਾ ਸਕਦਾ। ਬੱਚੀ ਪਲਕਪ੍ਰੀਤ ਕੌਰ ਦੀ ਮਦਰ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਘਾਲਣਾ ਹੈਗੀ ਆ। ਉਹਨੇ ਵੀ ਬਹੁਤ ਮਿਹਨਤ ਕਰਕੇ ਇਹਨੂੰ ਜਿਹੜਾ ਹੈਗਾ ਵਾ ਐਂਟਰੈਂਸ ਟੈਸਟ ਤੱਕ ਪਹੁੰਚਾਇਆ। ਇਹਨੇ ਐਂਟਰੈਂਸ ਟੈਸਟ ਜਿਹੜਾ ਉਹ ਕਲੀਅਰ ਕੀਤਾ। ਤਾਂ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਬਣ ਗਈ ਜਦੋਂ ਇਹਨੇ ਐਂਟਰੈਂਸ ਟੈਸਟ ਕਲੀਅਰ ਕੀਤਾ ਕਿ ਹੁਣ ਇਹਨੂੰ ਜਿਹੜਾ ਹੈਗਾ ਵਾ MBBS ਦੀ ਡਿਗਰੀ ਵਾਸਤੇ, ਤੁਹਾਨੂੰ ਪਤਾ ਕਿ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੁੰਦੀ ਹੈਗੀ ਆ, ਬਹੁਤ ਸਾਰੀ ਹਿੰਮਤ ਦੀ ਜ਼ਰੂਰਤ ਹੁੰਦੀ ਆ, ਬਹੁਤ ਸਾਰੀ ਮਿਹਨਤ ਲਗਨ ਦੀ, ਹਾਰਡ ਵਰਕ ਦੀ ਜ਼ਰੂਰਤ ਹੁੰਦੀ ਆ, ਜਿਹੜਾ ਕਿ ਪਲਕਪ੍ਰੀਤ ਨੇ ਜਿਹੜਾ ਹੈਗਾ ਵਾ ਕਿ ਉਹ ਹਾਰਡ ਵਰਕ ਕਰਕੇ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਅਸੀਂ ਸਾਨੂੰ ਸਾਰੀ ਸੰਗਤ ਨੂੰ ਖੁਸ਼ੀਆਂ ਦਿੱਤੀਆਂ ਨੇ, ਜਿਨ੍ਹਾਂ ਨੇ ਵੀ ਇਸ ਸੰਸਥਾ ਨੂੰ ਸਹਿਯੋਗ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ, ਜਿਨ੍ਹਾਂ ਨੇ ਵੀ ਪਸੀਨਾ ਵਹਾਇਆ, ਜਿਨ੍ਹਾਂ ਨੇ ਵੀ ਇਸ ਸੰਸਥਾ ਨੂੰ ਸਪੋਰਟ ਕੀਤੀ, ਇਹਨਾਂ ਬੱਚੀਆਂ ਦੀਆਂ ਫੀਸਾਂ ਭਰਨ ਵਿੱਚ। ਅੱਜ ਪੂਰੇ ਵਰਲਡ ਵਿੱਚ ਸਾਨੂੰ ਜਿਹੜੇ ਸਾਰਿਆਂ ਦਾ ਖੁਸ਼ੀ ਦਾ ਮਾਹੌਲ ਹੈਗਾ ਵਾ ਕਿ ਅਸੀਂ ਸਾਰੇ ਜਿਹੜੇ ਉਹ ਖੁਸ਼ੀ ਦੇ ਵਿੱਚ ਕੁਝ ਸੰਗਤ ਆਨਲਾਈਨ ਸ਼ਾਮਲ ਹੋਈ ਆ, ਕੁਝ ਇੱਥੇ ਆ ਸਕੇ ਨੇ। ਅਸੀਂ ਅੱਜ ਸਾਰੇ ਜਣੇ ਖੁਸ਼ੀ ਮਨਾ ਰਹੇ ਹਾਂ ਕਿ ਅੱਜ ਬੱਚੀ ਪਲਕਪ੍ਰੀਤ ਕੌਰ ਜਿਹੜੀ ਆ ਉਹ ਡਾਕਟਰ ਬਣੀ ਹੈਗੀ ਆ। ਤੇ ਮੈਂ ਉਮੀਦ ਕਰਦੀ ਹੈਗੀ ਆ ਕਿ ਪਲਕਪ੍ਰੀਤ ਕੌਰ ਅੱਜ ਡਾਕਟਰ ਬਣੀ ਆ। ਜਿਵੇਂ ਕਿ ਭੈਣ ਜਸਪ੍ਰੀਤ ਕੌਰ ਨੇ ਬੜੀਆਂ ਵਧੀਆ ਇਹਨੂੰ ਜਿਹੜੀਆਂ ਹੈਗੀਆਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਇੱਕ ਡਾਕਟਰ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਜਦੋਂ ਮਰੀਜ਼ ਆਉਂਦਾ ਹੈਗਾ ਵਾ ਉਹਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਹੈਗਾ ਵਾ। ਬਹੁਤ ਵਧੀਆ ਉਹਨਾਂ ਨੇ ਆਪਣੀ ਸਪੀਚ ਵਿੱਚ ਇਹਨੂੰ ਹਦਾਇਤਾਂ ਦਿੱਤੀਆਂ ਨੇਗੀਆਂ। ਤੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਬੱਚੀ ਪਲਕਪ੍ਰੀਤ ਕੌਰ ਫੋਲੋ ਕਰੇ, ਕਿਉਂਕਿ ਇਹ ਜਿਹੜੀ ਹੈਗੀ ਡਾਕਟਰੀ ਪੇਸ਼ਾ ਇੱਕ ਹਿਸਾਬ ਦੇ ਨਾਲ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈਗਾ ਵਾ। ਤੇ
ਇਹ ਬੱਚੀ ਵਿੱਚ ਬਹੁਤ ਸਾਰੇ ਗੁਣ ਨੇਗੇ ਤੇ ਮੈਨੂੰ ਵੀ ਬਹੁਤ ਉਮੀਦਾਂ ਨੇ ਕਿ ਇਹ ਮਨੁੱਖਤਾ ਦੀ ਸੇਵਾ ਨੂੰ ਉਸ ਠੀਕ ਹੈ ਇੱਕ ਪੇਸ਼ਾ ਤਾਂ ਹੈ ਹੀ ਆ, ਇੱਕ ਰੁਜ਼ਗਾਰ ਤਾਂ ਹੁੰਦਾ ਹੀ ਹੈ, ਹਰ ਡਾਕਟਰ ਦਾ ਰੁਜ਼ਗਾਰ ਹੁੰਦਾ, ਹਰ ਇੱਕ ਦਾ ਜਿਹੜਾ ਉਹਦਾ ਪੇਸ਼ਾ ਹੁੰਦਾ ਹੈ, ਪਰ ਉਸ ਦੇ ਨਾਲ ਨਾਲ ਇਹਦਾ ਜਿਹੜਾ ਪੇਸ਼ਾ ਹੈ ਗੁਰੂ ਮਹਾਰਾਜ ਵੱਲੋਂ ਜਿਹੜੀ ਮਨੁੱਖਤਾ ਦੀ ਸੇਵਾ ਹੈਗੀ ਆ, ਮੈਂ ਚਾਹੁੰਦੀ ਹਾਂ ਕਿ ਇਹ ਬੜੇ ਵਧੀਆ ਤਰੀਕੇ ਦੇ ਨਾਲ ਕਰੇ। ਜਿਵੇਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜਿਨ੍ਹਾਂ ਦਾ ਬੀਤੇ ਦਿਨ ਗੁਰਪੁਰਬ ਸੀ, ਪ੍ਰਕਾਸ਼ ਪੁਰਬ ਵੀ ਸੀਗਾ, ਔਰ ਉਹ ਆਪਣੇ ਜਦੋਂ ਚੇਚਕ ਦੀ ਬਿਮਾਰੀ ਫੈਲਦੀ ਆ ਔਰ ਰੋਗੀਆਂ ਦੀ ਸੇਵਾ ਆਪਣੇ ਹੱਥਾਂ ਨਾਲ ਕਰਦੇ ਨੇ। ਸਾਡੇ ਗੁਰੂ ਘਰ ਦੇ ਵਿੱਚ ਰਵਾਇਤ ਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਦਵਾਖਾਨਾ ਖੋਲ੍ਹਦੇ ਨੇ। ਸੋ ਉਹਨਾਂ ਰਵਾਇਤਾਂ 'ਤੇ ਚੱਲਦਿਆਂ ਹੋਇਆ ਮੈਨੂੰ ਲੱਗਦਾ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਸਾਡੇ ਗੁਰੂਆਂ ਨੂੰ ਯਾਦ ਕਰਦੇ ਹੋਏ ਕਿਤੇ ਨਾ ਕਿਤੇ ਉਹਨਾਂ ਰੋਹ ਰੀਤਾਂ 'ਤੇ ਚੱਲਣਾ ਜ਼ਰੂਰੀ ਹੈ। ਅਤੇ ਇਹਦੇ ਨਾਲ ਜਦੋਂ ਪਲਕਪ੍ਰੀਤ ਆਉਂਦੀ ਹੈ ਉਦੋਂ ਤੁਸੀਂ ਦੱਸਿਆ ਸੀਗਾ, ਇੱਕ ਹੁਣੇ ਤੁਸੀਂ ਸਟੋਰੀ ਦੀ ਗੱਲ ਵੀ ਕਰ ਰਹੇ ਹੋ ਕਿ ਉਹਦੇ ਮਨ ਦੀਆਂ ਇੱਛਾਵਾਂ ਕੀ ਸੀਗੀਆਂ, ਕਿਵੇਂ ਉਹ ਆਪਣੇ ਮਾਤਾ ਨੂੰ ਸਮਝਾਉਂਦੀ ਹੈ। ਜਦੋਂ ਤੁਸੀਂ ਉਹ ਸਟੋਰੀ ਸੁਣੀ, ਕੀ ਸੀ ਉਹ ਸਟੋਰੀ ਜ਼ਰਾ ਜ਼ਰੂਰ ਦੱਸੋ। ਹਾਂਜੀ, ਬੱਚੀ ਪਲਕਪ੍ਰੀਤ ਕੌਰ ਦੀ ਮਦਰ ਨੇ ਮੈਨੂੰ ਦੱਸਿਆ ਕਿ ਜਦੋਂ ਇਹਦੇ ਫਾਦਰ ਦੀ ਡੈਥ ਹੋਈ ਤਾਂ ਇਸ ਨੇ ਜ਼ਿਆਦਾ ਹੰਝੂ ਨਹੀਂ ਵਹਾਏ ਹੈਗੇ। ਮਨ ਵਿੱਚ ਤਾਂ ਬਹੁਤ ਦੁੱਖ ਹੁੰਦਾ ਹੈ ਫਾਦਰ ਦਾ ਦੁਨੀਆ ਤੋਂ ਜਾਣਾ, ਜਿਵੇਂ ਕਹਿੰਦੇ ਪਿਓ ਗਿਆ ਤਾਂ ਭਵਿੱਖ ਗਿਆ, ਮਾਂ ਗਈ ਤਾਂ ਮਮਤਾ ਗਈ। ਇਹ ਕਹਾਵਤਾਂ ਐਵੇਂ ਨਹੀਂ ਹੈਗੀਆਂ, ਇਹ ਕਹਾਵਤਾਂ ਦੇ ਬੜੇ ਤੱਤ ਕੱਢੇ ਹੋਏ ਆ, ਤਾਂ ਹੀ ਸਾਡੇ ਵੱਡੇ ਵਡੇਰਿਆਂ ਨੇ ਇਹ ਜਿਹੜੀਆਂ ਕਹਾਵਤਾਂ ਬਣਾਈਆਂ ਨੇ। ਤਾਂ ਇਸ ਦੀ ਮਦਰ ਨੇ ਮੈਨੂੰ ਦੱਸਿਆ ਕਿ ਜਦੋਂ ਇਹਦੇ ਫਾਦਰ ਦੀ ਡੈਥ ਹੋਈ ਆ ਤਾਂ ਇਹਨੇ ਆਪਣੇ ਭਰਾ ਨੂੰ ਇੱਕ ਸਟੋਰੀ ਸੁਣਾਈ, ਆਪਣੇ ਭਰਾ ਨੂੰ ਹੌਸਲਾ ਦੇਣ ਦੇ ਲਈ। ਖੁਦ ਵੀ ਬੜਾ ਵੱਡਾ ਹੌਸਲਾ ਕਰਕੇ ਇਹਨੇ ਉਸ ਟਾਈਮ ਨੂੰ ਜਿਹੜਾ ਹੈਗਾ ਵਾ ਉਹ ਬਤੀਤ ਕੀਤਾ। ਔਰ ਇਹਨੇ ਆਪਣੇ ਭਰਾ ਨੂੰ ਕਿਹਾ ਕਿ ਦੋ ਛੋਟੇ ਛੋਟੇ ਬੂਟੇ ਸਨ, ਛੋਟੇ ਛੋਟੇ ਰੁੱਖ ਸਨ, ਤੇ ਸੋਕਾ ਪੈ ਜਾਂਦਾ ਹੈਗਾ। ਜਦੋਂ ਸੋਕਾ ਪੈ ਜਾਂਦਾ ਹੈ ਤੇ ਉਹ ਬਹੁਤ ਮੁਰਝਾ ਜਾਂਦੇ ਨੇ, ਉਹਨਾਂ ਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ, ਤੇ ਉਹ ਛੋਟੇ ਛੋਟੇ ਜਿਹੜੇ ਬੂਟੇ ਆਪਸ ਵਿੱਚ ਗੱਲਾਂ ਕਰਦੇ ਨੇਗੇ। ਇੱਕ ਦੂਜੇ ਨੂੰ ਕਹਿੰਦਾ, ਵੀਰ ਹੁਣ ਮੇਰੇ ਕੋਲ ਖਲੋਤਾ ਨਹੀਂ ਜਾਂਦਾ, ਮੈਂ ਆਪਣਾ ਸਿਰ ਸੁੱਟ ਦੇਣ ਲੱਗਾ ਹੈਗਾ ਵਾਂ, ਹੁਣ ਮੈਂ ਜ਼ਿਆਦਾਤਰ ਟਾਈਮ ਨਹੀਂ ਖਲੋ ਸਕਦਾ, ਪਾਣੀ ਮਿਲ ਨਹੀਂ ਰਿਹਾ, ਮੇਰੀ ਬਹੁਤ ਬੁਰੀ ਹਾਲਤ ਹੈ। ਦੂਜਾ ਛੋਟਾ ਜਿਹਾ ਬੂਟਾ ਨੂੰ ਕਹਿੰਦਾ, ਨਹੀਂ ਵੀਰ ਤੂੰ ਹਿੰਮਤ ਨਾ ਹਾਰ, ਇੱਕ ਨਾ ਇੱਕ ਦਿਨ ਆਏਗਾ, ਮੀਂਹ ਪਏਗਾ, ਅਸੀਂ ਫਿਰ ਵੱਡੇ ਸਾਰੇ ਰੁੱਖ ਬਣਾਂਗੇ, ਅਸੀਂ ਵੱਡੇ ਸਾਰੇ ਬੂਟੇ ਬਣਾਂਗੇ। ਪਰ ਇਸ ਤਰ੍ਹਾਂ ਕਰਦਿਆਂ ਸਮਾਂ ਬੀਤ ਗਿਆ, ਮੀਂਹ ਨਹੀਂ ਪੈ ਰਿਹਾ, ਔਰ ਇੱਕ ਬੂਟੇ ਨੇ ਆਪਣਾ ਸਿਰ ਸੁੱਟ ਦਿੱਤਾ, ਛੋਟੇ ਜਿਹੇ ਨੰਨੇ ਬੂਟੇ ਨੇ, ਤੇ ਉਹ ਹੌਲੀ ਹੌਲੀ ਮੁਰਝਾ ਗਿਆ, ਉਹ ਸੁੱਕ ਗਿਆ, ਉਹਦਾ ਵਜੂਦ ਖਤਮ ਹੋ ਗਿਆ। ਔਰ ਜਿਹੜਾ ਦੂਜਾ ਬੂਟਾ ਸੀ ਉਹ ਖਲੋਤਾ ਰਿਹਾ ਕਿ ਜੋ ਮਰਜ਼ੀ ਹੋ ਜੇ, ਮੈਂ ਹਰ ਹਾਲ ਵਿੱਚ ਵੇਟ ਕਰਾਂਗਾ ਬਾਰਿਸ਼ ਦੀ, ਮੈਂ ਉਡੀਕ ਕਰਾਂਗਾ ਕਿ ਬਾਰਿਸ਼ ਆਏਗੀ, ਜਿਹੜੀ ਮੈਨੂੰ ਤਾਕਤ ਮਿਲੇਗੀ ਤੇ ਮੈਂ ਇੱਕ ਦਿਨ ਰੁੱਖ ਬਣਾਂਗਾ। ਫਿਰ ਉਹ ਸਮਾਂ ਆਇਆ ਜਦੋਂ ਬਾਰਿਸ਼ ਹੁੰਦੀ ਆ, ਉਹ ਬੂਟਾ ਹੌਲੀ ਹੌਲੀ ਹਰਿਆ ਭਰਿਆ ਹੁੰਦਾ ਹੈਗਾ, ਉਹਦੀਆਂ ਸ਼ਾਖਾਂ ਵੱਧਦੀਆਂ ਨੇ, ਉਹ ਇੱਕ ਦਿਨ ਰੁੱਖ ਬਣ ਜਾਂਦਾ ਹੈਗਾ ਵਾ, ਤੇ ਉਹ ਰੁੱਖ ਬਣ ਕੇ ਲੋਕਾਂ ਨੂੰ ਛਾਵਾਂ ਦਿੰਦਾ ਏ, ਫਲ ਦਿੰਦਾ ਹੈਗਾ ਵਾ। ਇਸੇ ਹੀ ਸਟੋਰੀ ਦੇ ਵਿੱਚੋਂ ਜਿਹੜੀ ਹੈਗੀ ਮੇਰੀ ਤੇ ਪਲਕਪ੍ਰੀਤ ਦੀ ਜਿਹੜੀ ਅਟੈਚਮੈਂਟ ਵੱਧਦੀ ਹੈ। ਔਰ ਜਦੋਂ ਇਹਦੀ ਮਦਰ ਨੇ ਮੈਨੂੰ ਇਹ ਸਟੋਰੀ ਸੁਣਾਈ ਤਾਂ ਮੈਂ ਇਹ ਠਾਣ ਲਈ ਕਿ ਮੈਂ ਪਲਕਪ੍ਰੀਤ ਨੂੰ ਪੂਰੀ ਸਪੋਰਟ ਕਰਾਂਗੀ, ਜਿੱਥੋਂ ਤੱਕ ਵੀ ਜਿਹੜੇ ਵੀ ਮੁਕਾਮ ਅੱਜ ਵੀ ਇਹ ਬੇਸ਼ੱਕ ਅੱਜ ਇਹਨੇ MBBS ਕਰ ਲਈ ਹੈ, MBBS ਕਰਨ ਤੋਂ ਬਾਅਦ ਵੀ ਹਜੇ ਬਹੁਤ ਕੁਝ ਕਰਨਾ, ਹਜੇ ਇਹਦੇ ਬਹੁਤ ਸਾਰੇ ਸੁਪਨੇ ਨੇ, ਹਜੇ ਇਹਨੇ USA ਦੇ ਵਿੱਚ ਜਾਣਾ ਹੈਗਾ, ਅਗਲੀ ਸਟੱਡੀ ਉੱਥੇ ਕਰਨੀ ਆ। ਮੈਂ ਚਾਹਾਂਗੀ ਕਿ ਸੰਗਤ ਮੈਨੂੰ ਸਪੋਰਟ ਕਰੇ, ਮੈਂ ਅਗਲੀ ਸਟੱਡੀ ਵੀ ਇਹਦੇ ਵਾਸਤੇ ਸੰਗਤ ਦੇ ਸਿਰ ਤੇ ਹੀ ਹੈਗਾ ਸਾਰਾ ਕੁਝ, ਕਰਨ ਕਰਾਉਣ ਵਾਲਾ ਅਕਾਲ ਪੁਰਖ ਆ, ਪਰ ਗੁਰੂ ਨੇ ਪਤਾ ਨਹੀਂ ਕਿਹਦੇ ਸਿਰ ਤੇ ਹੱਥ ਰੱਖ ਕੇ ਤੇ ਉਹ ਸੇਵਾਵਾਂ ਲੈਣੀਆਂ ਨੇ। ਹਜੇ ਇਹਦੇ ਸੁਪਨੇ ਪੂਰੇ ਨਹੀਂ ਹੋਏ MBBS ਬਣਨ ਨਾਲ, ਹਜੇ ਬਹੁਤ ਅੱਗੇ ਦੀ ਅਸੀਂ ਦੋਨਾਂ ਨੇ ਸੋਚੀ ਹੋਈ ਆ। ਗੁਰੂ ਮਹਾਰਾਜ ਕਿਰਪਾ ਕਰੇ, ਸੰਗਤ ਸਹਿਯੋਗ ਦੇਵੇ ਤਾਂ ਇਹਨੇ ਜਿਹੜੀ ਵੀ ਆਪਣਾ ਸੁਪਨਾ ਲਿਆ ਹੋਇਆ ਅਗਲੀ ਸਟੱਡੀ ਦਾ, ਉਹ ਵੀ ਮੈਂ ਕੰਪਲੀਟ ਕਰਨ ਤੱਕ ਇਹਦਾ ਹਰ ਜਗ੍ਹਾ ਤੇ ਸਾਥ ਦੇਵਾਂਗੀ। ਤੇ ਨਾਲ ਦੀ ਨਾਲ ਪਲਕਪ੍ਰੀਤ ਨੂੰ ਇਹ ਵੀ ਕਵਾਂਗੀ ਕਿ ਇਹ ਜਿਹੜੀ ਤੈਨੂੰ ਪਰਮਾਤਮਾ ਨੇ ਜਿਹੜੀ ਤੈਨੂੰ ਅੱਜ ਇੱਕ ਅਹੁਦਾ ਦਿੱਤਾ, ਡਾਕਟਰੀ ਦਾ ਅਹੁਦਾ ਦਿੱਤਾ ਹੈਗਾ ਵਾ, ਤੂੰ ਆਪਣੇ ਪੇਸ਼ੇ ਦੇ ਨਾਲ ਇਨਸਾਫ ਕਰਦੀ ਹੋਈ ਇਹ ਜਿਹੜੀ ਹੈਗੀ ਆ ਆਪਣੇ ਰੁਜ਼ਗਾਰ ਦੇ ਨਾਲ ਨਾਲ ਇਹਨੂੰ ਮਨੁੱਖਤਾ ਦੀ ਸੇਵਾ ਵਜੋਂ ਲੈਣਾ ਹੈਗਾ ਵਾ। ਹਰ ਇੱਕ ਮਰੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਟੈਕਲ ਕਰਨਾ, ਕਿਸੇ ਨੂੰ ਮਿਸਗਾਈਡ ਨਹੀਂ ਕਰਨਾ ਹੈਗਾ। ਅੱਜ ਕੱਲ੍ਹ ਬੜੇ ਵਧੀਆ ਡਾਕਟਰ ਵੀ ਨੇ ਤੇ ਬਹੁਤ ਡਾਕਟਰਾਂ ਦੇ ਆਪਣੇ ਪੇਸ਼ੇ ਨਾਲ ਬੇਇਨਸਾਫੀ ਕਰਨ ਵਾਲੇ ਵੀ ਬਹੁਤ ਨੇ ਤੇ ਨਾਇਨਸਾਫੀ ਕਰਨ ਵਾਲੇ ਵੀ ਬਹੁਤ ਨੇ, ਜਿਵੇਂ ਕਿ ਅਸੀਂ ਬਹੁਤ ਕੁਝ ਸੁਣਦੇ ਹੈਗੇ ਆ। ਮੈਂ ਚਾਹਾਂਗੀ ਕਿ ਬੱਚੀ ਪਲਕਪ੍ਰੀਤ ਇਹ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਇਹਨਾਂ ਨੂੰ ਯਾਦ ਰੱਖ ਕੇ ਤੇ ਆਪਣਾ ਜਿਹੜੀ ਹੈਗੀ ਆ ਅਗਲੀ ਪ੍ਰੈਕਟਿਸ ਸ਼ੁਰੂ ਕਰੇ, ਨਾਲ ਸਟੱਡੀ ਕਰੇ। ਜਦੋਂ ਤੁਸੀਂ ਸੁਣਿਆ, ਮਾਤਾ ਨੇ ਸੁਣਿਆ ਕਿ ਸਾਡੀ ਬੱਚੀ ਨੇ MBBS ਕਰ ਲਿਆ, ਵਧੀਆ ਨੰਬਰਾਂ ਦੇ ਵਿੱਚ ਪਾਸ ਹੋ ਗਿਆ, ਹੁਣ ਸਾਡਾ ਬੱਚਾ ਡਾਕਟਰ ਬਣ ਗਿਆ ਆ, ਉਦੋਂ ਇਸ ਮਾਤਾ ਨੂੰ ਕਿੰਨੀ ਕੁ ਖੁਸ਼ੀ ਹੋਈ? ਉਹਦੇ ਪਰਿਵਾਰ ਨੂੰ ਜਿਹੜਾ ਇੱਥੇ ਰਹਿੰਦਾ ਉਹ ਕਿੰਨਾ ਖੁਸ਼ ਸੀਗਾ?
ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਦੇ ਪਲ ਸੀਗੇ। ਪਲਕਪ੍ਰੀਤ ਦੀ ਮਦਰ ਦਾ ਜਦੋਂ ਮੈਨੂੰ ਫੋਨ ਆਇਆ ਕਿ ਉਸ ਦੀ MBBS ਕਲੀਅਰ ਹੋ ਗਈ ਆ, ਉਹ ਪਾਸ ਹੋ ਗਈ ਆ, ਤਾਂ ਬਹੁਤ ਖੁਸ਼ੀ ਦੇ ਪਲ ਸੀਗੇ। ਉਸ ਤੋਂ ਬਾਅਦ ਫਿਰ ਮੈਂ ਉਹਦੀ ਮਦਰ ਨੂੰ ਕਿਹਾ ਕਿ ਨਹੀਂ, ਅਸੀਂ ਇਹ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ, ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਜਿਸ ਦੀ ਕਿਰਪਾ ਦੇ ਨਾਲ ਅੱਜ ਮੈਂ ਇੱਕ ਡਾਕਟਰ ਦੀ ਮਾਂ ਬਣੀ ਹੈਗੀ ਆ। ਤੇ ਮੈਂ ਚਾਹਾਂਗੀ ਕਿ ਮੈਂ ਸੰਗਤੀ ਰੂਪ ਵਿੱਚ ਪਰਮਾਤਮਾ ਦਾ ਅਸੀਂ ਸ਼ੁਕਰਾਨਾ ਕਰੀਏ। ਔਰ ਉਸ ਦੇ ਲਈ ਬੜੇ ਮੇਰੇ ਬੱਚਿਆਂ ਨੇ ਵੀ ਮੇਰੀਆਂ ਬੱਚੀਆਂ ਨੇ ਵੀ ਬਹੁਤ ਮੇਰੇ ਨਾਲ ਡਿਸਕਸ ਕੀਤਾ ਕਿ ਜਿਵੇਂ ਆਪਣੀ ਦੀਦੀ ਪਲਕਪ੍ਰੀਤ ਡਾਕਟਰ ਬਣੀ ਆ, ਮੇਰੇ ਨੰਨੀਆਂ ਜਿਹੀਆਂ ਬੱਚੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਮੈਨੂੰ ਕਹਿੰਦੀਆਂ, ਅੱਜ ਵੀ ਪਲਕਪ੍ਰੀਤ ਨੂੰ ਵੀ ਕਹਿ ਰਹੀਆਂ ਸੀਗੀਆਂ ਕਿ ਦੀਦੀ ਤੁਸੀਂ ਡਾਕਟਰ ਬਣੇ ਜੇ, ਮੈਂ ਵੀ ਡਾਕਟਰ ਬਣਨਾ ਹੈਗਾ ਵਾ। ਤੇ ਇਹਦੇ ਨਾਲ ਮੇਰੀ ਸਾਰੀ ਸੰਸਥਾ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੈਗੀ ਆ, ਮੇਰੀ ਵੀ ਬਹੁਤ ਹੌਸਲਾ ਅਫਜ਼ਾਈ ਹੋਈ ਆ। ਕਿਉਂਕਿ ਜੇ ਬੱਚੇ ਥਾਂ ਲੈਣ ਤਾਂ ਉਹ ਕੀ ਨਹੀਂ ਕਰ ਸਕਦੇ ਹੈਗੇ। ਕੋਈ ਵੀ ਸੰਸਥਾ ਹੈਗੀ ਆ, ਜੇ ਉਹ ਇਨਸਾਫ ਦੇ ਨਾਲ ਕੰਮ ਕਰੇ ਤੇ ਉਹ ਬਹੁਤ ਕੁਝ ਕਰ ਸਕਦੀ ਹੈਗੀ ਆ। ਸਿਰਫ ਇੱਕ ਸੱਚਾਈ ਦੀ ਲੋੜ ਹੁੰਦੀ ਆ, ਸੰਗਤਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ, ਤੇ ਉਸ ਤੋਂ ਵੀ ਉੱਪਰ ਵੱਡੀ ਗੱਲ ਹੁੰਦੀ ਹੈ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੁੰਦੀ ਹੈ। ਸੋ ਬੀਬੀ ਸੰਦੀਪ ਕੌਰ ਜੀ ਜਿਹੜੇ ਨੇ, ਉਹਨਾਂ ਦੀ ਤਾਂ ਅੱਗੇ ਇਹੀ ਆਸ ਹੈ ਕਿ ਇਸ ਬੱਚੀ ਨੂੰ ਛੱਡ ਕੇ ਜਿਹੜੀਆਂ ਬਾਕੀ ਬੱਚੀਆਂ ਨੇ ਉਹਨਾਂ ਨੂੰ ਵੀ ਪੜ੍ਹਾਉਣਾ ਆ ਤੇ ਉਹਨਾਂ ਨੂੰ ਵੀ ਮੁਕਾਮ 'ਤੇ ਪਹੁੰਚਾਉਣਾ ਆ, ਤੇ ਇਹਦੀ ਅਗਲੀ ਪੜ੍ਹਾਈ ਨੂੰ ਵੀ ਉਸੇ ਤਰ੍ਹਾਂ ਹੀ ਜਾਰੀ ਰੱਖਣਾ ਹੈ। ਪਰ ਸੰਗਤਾਂ ਦਾ ਜਿਹੜਾ ਸਹਿਯੋਗ ਆ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ, ਉਸ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ। ਸੋ ਅੱਜ ਜਿਹੜਾ ਮਾਹੌਲ ਸੀਗਾ ਬੜਾ ਹੀ ਖੂਬਸੂਰਤ ਸੀਗਾ, ਔਰ ਸਾਰਿਆਂ ਨੇ ਆਸ਼ੀਰਵਾਦ ਦਿੱਤਾ ਆ ਇਸ ਬੱਚੀ ਨੂੰ, ਔਰ ਅਸੀਂ ਚਾਹੁੰਦੇ ਹਾਂ ਕਿ ਅੱਗੇ ਜਾ ਕੇ ਇਹ ਬੱਚੀ ਛੱਡ ਕੇ ਨਾਲ ਦੂਜੀਆਂ ਬੱਚੀਆਂ ਵੀ ਇਹਦੇ ਵੱਲ ਦੇਖ ਕੇ ਆਪਣੇ ਗੋਲ ਜਿਹੜੇ ਨੇ, ਆਪਣੇ ਜੋ ਟੀਚੇ ਮਿੱਥੇ ਹੋਏ ਨੇ, ਉਹਨਾਂ ਨੂੰ ਅਚੀਵ ਜ਼ਰੂਰ ਕਰਨ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।